ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ। ਮੇਰੀਆਂ ਬੀਤੀਆਂ 6 ਰਿਪੋਰਟਸ ਦੇ ਵਿੱਚੋਂ 5 ਰਿਪੋਰਟਸ ਆਪਾਂ ਨਸ਼ੇ ਦੀ ਤਸਕਰੀ, ਨਸ਼ੇ ਦੀ ਸਮਗਲਿੰਗ ਦੇ ਕਾਰੋਬਾਰ, ਉਸ ਦੇ ਕਾਰੋਬਾਰੀਆਂ, ਵੱਡੇ ਕਿੰਗਪਿਨ, ਪੰਜਾਬ ਦੇ ਨਾਰਕੋਸ ਤੋਂ ਲੈ ਕੇ ਅਜਿਹੇ ਦਾਗੀ ਪੁਲਿਸ ਅਫਸਰਾਂ ਉੱਤੇ ਆਧਾਰਿਤ ਰੱਖੀ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਰਗਾਂ ਦੇ ਵਿੱਚ, ਨਸਾਂ ਦੇ ਵਿੱਚ ਜ਼ਹਿਰ ਘੋਲਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਵੋਲਵ ਹੈਗੇ ਨੇ। ਸੋ ਆਪਾਂ ਜਿੱਥੇ ਤੁਹਾਨੂੰ ਪੰਜਾਬ ਦੇ ਨਾਰਕੋਸ ਯਾਨੀ ਕਿ ਆਸਟ੍ਰੇਲੀਆ ਬੈਠੇ ਤਨਵੀਰ ਬੇਦੀ ਤੇ ਇਟਲੀ ਬੈਠੇ ਸਿਮਰਨਜੀਤ ਸਿੰਘ ਸੰਧੂ ਵਰਗੇ ਲੋਕਾਂ ਦੇ ਨਾਲ ਜਾਣੂ ਕਰਵਾਇਆ, ਜਿੱਥੇ ਆਪਾਂ ਡੀਆਈਜੀ ਇੰਦਰਬੀਰ ਜਾਂ ਫਿਰ ਏਆਈਜੀ ਰਾਜਜੀਤ ਹੋਣਾ ਦੇ ਕੇਸਾਂ ਦੇ ਬਾਰੇ ਗੱਲਬਾਤ ਕੀਤੀ। ਉਹ ਮਾਮਲੇ ਜੋ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਚਰਚਿਤ ਰਹੇ, ਯਾਨੀ ਕਿ ਗੁਰਦੀਪ ਸਿੰਘ ਰਾਣੂ, ਸਰਪੰਚ ਰਾਣੂ ਦਾ, ਜਾਂ ਫਿਰ ਰਵੇਸ਼ ਸਿੰਘ ਢਿੱਲੋਂ ਜਿਸ ਦੇ ਬਾਰੇ ਲੋਕਾਂ ਨੂੰ ਜ਼ਿਆਦਾ ਨਹੀਂ ਸੀ ਪਤਾ। ਇਹ ਸਾਰੇ ਲੋਕਾਂ ਨੂੰ ਆਪਾਂ ਇੱਕ ਵੱਖਰੀ ਪਰਸਪੈਕਟਿਵ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਨਸ਼ੇ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਅਲੱਗ-ਅਲੱਗ ਪਹਿਲੂਆਂ ਦੇ ਨਾਲ ਤੁਹਾਨੂੰ ਵਾਬਸਤਾ ਕਰਨ ਵਾਲੀ ਇਸ ਲੜੀ ਦੀ ਇਸ ਆਖਰੀ ਰਿਪੋਰਟ, ਯਾਨੀ ਕਿ ਇਸ ਜਿਹਨੂੰ ਕਹਿ ਸਕਦੇ ਹਾਂ ਸੈਡੀਸ਼ਨ ਦੀ ਆਖਰੀ ਰਿਪੋਰਟ। ਇਹਦਾ ਮਤਲਬ ਇਹ ਬਿਲਕੁਲ ਨਾ ਲਾਇਆ ਜਾਏ ਕਿ ਹੋਰ ਰਿਪੋਰਟਾਂ ਨਸ਼ੇ ਦੇ ਕਾਰੋਬਾਰ ਉੱਤੇ ਨਹੀਂ ਬਣਨਗੀਆਂ, ਜ਼ਰੂਰ ਬਣਦੀਆਂ ਰਹਿਣਗੀਆਂ। ਲੇਕਿਨ ਫਿਲਹਾਲ ਆਪਾਂ ਜਿਹੜੀ ਇੱਕ ਲੜੀ ਪਿਛਲੇ ਕੁਝ ਐਪੀਸੋਡਸ ਤੋਂ ਸ਼ੁਰੂ ਕੀਤੀ ਹੈ ਉਸ ਨੂੰ ਅੱਜ ਮੈਂ ਕੰਕਲੂਡ ਕਰਾਂਗਾ ਤੇ ਇਸ ਆਖਰੀ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਉਹਨਾਂ ਕਟਿੰਗ ਏਜੰਟਸ ਦੀ, ਤੇ ਕਟਿੰਗ ਏਜੰਟਸ ਦੀ ਵਰਤੋਂ ਜਾਂ ਇਸ ਟਰਮੀਨੋਲੋਜੀ ਦੀ ਵਰਤੋਂ ਨਸ਼ੇ ਦੀ ਮੈਨੂਫੈਕਚਰਿੰਗ ਦੇ ਨਾਲ, ਯਾਨੀ ਕਿ ਨਾਰਕੋਟਿਕਸ ਜਾਂ ਫਿਰ ਸਾਈਕੋਟ੍ਰੋਪਿਕ ਡਰੱਗਸ ਦੇ ਨਾਲ ਅਦਰਵਾਈਜ਼ ਵੀ ਇੱਕ ਟਰਮ ਦੇ ਰੂਪ ਵਿੱਚ ਜੁੜਦੀ ਹੈ। ਕਟਿੰਗ ਏਜੰਟ ਉਹ ਪਦਾਰਥਾਂ ਨੂੰ, ਉਹ ਕੈਮੀਕਲਸ ਨੂੰ ਜਾਂ ਉਹ ਨਸ਼ੀਲੇ ਪਦਾਰਥਾਂ, ਦਵਾਈਆਂ ਨੂੰ ਮੰਨਿਆ ਜਾਂਦਾ ਹੈ ਜੋ ਕਿ ਕੋਕੇਨ, ਹੈਰੋਇਨ, ਕੈਨਾਬਿਸ ਜਾਂ ਫਿਰ MDMA ਵਰਗੀ ਨਸ਼ੀਲੀਆਂ ਦਵਾਈਆਂ ਦੇ ਵਿੱਚ ਰਲਾਏ ਜਾਂਦੇ ਨੇ ਤੇ ਉਹਨਾਂ ਦੇ ਅਸਰ ਨੂੰ ਬਰਕਰਾਰ ਰੱਖਦੇ ਹੋਇਆਂ ਉਹਨਾਂ ਦੀ ਕੁਆਲਿਟੀ ਨੂੰ ਡਾਇਲਿਊਟ ਕਰਦੇ ਨੇ। ਇਹ ਡਰੱਗ ਦਾ ਸੇਵਨ ਕਰਨ ਵਾਲੇ ਲੋਕਾਂ ਲਈ ਬਹੁਤ ਖਤਰਨਾਕ ਤੇ ਮਾਰੂ ਏਜੰਟ ਵੀ ਹੁੰਦੇ ਨੇ। ਲੇਕਿਨ ਮੈਂ ਉਹਨਾਂ ਕਟਿੰਗ ਏਜੰਟਸ ਦੀ ਗੱਲ ਨਹੀਂ ਕਰਾਂਗਾ, ਬਲਕਿ ਪੰਜਾਬ ਦੇ ਵਿੱਚ ਉਸ ਇੰਪੋਰਟੈਂਟ ਕੜੀ ਦੀ ਗੱਲ ਕਰਾਂਗਾ ਜੋ ਕਿ ਆਸਟ੍ਰੇਲੀਆ, ਇਟਲੀ ਜਾਂ ਵਿਦੇਸ਼ਾਂ ਦੇ ਵਿੱਚ, ਪਾਕਿਸਤਾਨ, ਦੁਬਈ ਦੇ ਵਿੱਚ ਬੈਠੇ ਜਿਹੜੇ ਮੇਨ ਕਿੰਗਪਿਨਸ ਅਤੇ ਸਟਰੀਟ ਲੈਵਲ ਦੇ ਉੱਤੇ ਜੋ ਲੋਕ ਨਸ਼ੇ ਨੂੰ ਵੇਚ ਰਹੇ ਨੇ, ਪੈਡਲਰਸ ਨੇ, ਈਵਨ ਗੁਰਦੀਪ ਰਾਣੂ ਜਾਂ ਫਿਰ ਰਵੇਸ਼ ਸਿੰਘ ਢਿੱਲੋਂ ਵਰਗੇ ਲੋਕ ਜੋ ਕਿ ਇਸ ਨਸ਼ੇ ਦੀ ਪੂਰੀ ਚੇਨ ਦੇ ਵਿੱਚ ਇੱਕ ਬਿਲਕੁਲ ਟੇਲ ਐਂਡ ਦੇ ਡਰੱਗ ਪੈਡਲਰ ਤੇ ਸਪਲਾਇਰਸ ਤੋਂ ਵੱਧ ਕੁਝ ਨਹੀਂ। ਇਹਨਾਂ ਦੇ ਵਿੱਚ ਇੱਕ ਬਹੁਤ ਅਹਿਮ ਕੜੀ ਹੈ ਜੋ ਕਿ ਇਹਨਾਂ ਪਿਓਰ ਨਾਰਕੋਟਿਕਸ ਨੂੰ, ਪਿਓਰ ਹੈਰੋਇਨ, ਕੋਕੇਨ ਵਰਗੀਆਂ ਨਸ਼ੀਲੀਆਂ ਦਵਾਈਆਂ ਨੂੰ ਕੱਟ ਕਰਦੇ ਨੇ, ਉਹਨਾਂ ਨੂੰ ਡਾਇਲਿਊਟ ਕਰਦੇ ਨੇ, ਉਹਨਾਂ ਨੂੰ ਐਡਲਟਰੇਟ ਕਰਦੇ ਨੇ ਤੇ ਆਪਣੇ ਮੁਨਾਫਿਆਂ ਨੂੰ ਕਈ ਗੁਣਾ ਵੱਧ ਕਰ ਲੈਂਦੇ ਨੇ, ਯਾਨੀ ਕਿ ਮਲਟੀਪਲੀਕੇਸ਼ਨ, ਪ੍ਰੋਲੀਫਰੇਸ਼ਨ ਆਫ ਦ ਪ੍ਰੋਫਿਟਸ। ਅੱਜ ਦੀ ਇਸ ਰਿਪੋਰਟ ਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਗੁਜਰਾਤ ਦੇ ਬੰਦਰਗਾਹਾਂ ਤੋਂ ਹੋ ਕੇ, ਚਾਹੇ ਉਹ ਸਲਾਇਆ ਪੋਰਟ ਦਾ 2018 ਦਾ ਕੇਸ ਹੋਵੇ, ਮੰਡਵੀ ਪੋਰਟ ਦਾ ਉਹ ਵਾਲਾ ਮਾਮਲਾ ਹੋਵੇ ਜਿਸ ਦੇ ਜ਼ਰੀਏ 500 ਕਿਲੋ ਹੈਰੋਇਨ ਦਿੱਲੀ ਔਨਵਰਡਸ, ਦਿੱਲੀ ਅਪਵਰਡ ਰਾਜਾਂ ਯਾਨੀ ਕਿ ਪੰਜਾਬ, ਜੰਮੂ ਕਸ਼ਮੀਰ ਵਰਗੇ ਰਾਜਾਂ ਵਿੱਚ ਪਹੁੰਚੀ। 2018 ਤੇ 2020 ਦੀ ਛਾਪੇਮਾਰੀ ਦੌਰਾਨ ਇਸ 500 ਕਿਲੋ ਵਿੱਚੋਂ ਇੱਕ ਬੜਾ ਵੱਡਾ ਹਿੱਸਾ ਹੈਰੋਇਨ ਦਾ ਜਾਂਚ ਏਜੰਸੀਆਂ ਵੱਲੋਂ ਬਰਾਮਦ ਕਰ ਲਿਆ ਗਿਆ। ਜਾਂ ਫਿਰ ਗੱਲ ਮੁੰਦਰਾ ਪੋਰਟ ਤੋਂ 2021 ਦੇ ਵਿੱਚ ਮਿਲੇ 3000 ਕਿਲੋ ਹੈਰੋਇਨ ਦੀ ਹੋਵੇ। ਅਡਾਨੀ ਦੇ ਪੋਰਟ ਤੋਂ ਇੱਕ ਬਹੁਤ ਵੱਡੀ ਖੇਪ ਜੋ ਕਿ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੇ ਬਰਾਮਦ ਕੀਤੀ ਸੀ, ਤਕਰੀਬਨ 2900 ਪਲੱਸ ਕਿਲੋ ਯਾਨੀ ਕਿ ਤਕਰੀਬਨ 3 ਟਨ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦਾ ਫਾਈਨਲ ਡੈਸਟੀਨੇਸ਼ਨ ਕੁਝ ਸ਼ੈਲ ਕੰਪਨੀਆਂ ਸੀ ਜੋ ਕਿ ਕਲਕੱਤੇ ਦੇ ਵਿੱਚ ਐਡਰੈਸ ਸਨ। ਸੋ ਇਹ ਜਿੰਨਾ ਵੀ ਨਸ਼ਾ ਆ ਰਿਹਾ ਹੈਗਾ ਭਾਰਤ ਦੇ ਵਿੱਚ ਇਹਨਾਂ ਪੋਰਟਸ ਦੇ ਜ਼ਰੀਏ, ਇਸ ਦੇ ਪਿੱਛੇ ਵੱਡੇ ਕਿੰਗਪਿਨ ਕੌਣ ਹੈਗੇ ਨੇ, ਇਸ ਚੀਜ਼ ਬਾਰੇ ਪੜਤਾਲ ਜਾਰੀ ਹੈ, ਖਾਸ ਕਰਕੇ ਮੁੰਦਰਾ ਪੋਰਟ ਬਾਰੇ। ਲੇਕਿਨ ਸਲਾਇਆ ਪੋਰਟ ਦਾ ਕੇਸ ਪੂਰਾ ਦਾ ਪੂਰਾ ਬਲੈਕ ਐਂਡ ਵਾਈਟ, ਓਪਨ ਐਂਡ ਸ਼ਟ ਕੇਸ ਬਣ ਚੁੱਕਾ ਹੈ ਕਿਉਂਕਿ ਤਨਵੀਰ ਬੇਦੀ ਤੇ ਸਿਮਰਨਜੀਤ ਸੰਧੂ ਦੇ ਬਾਰੇ ਖੁਲਾਸੇ ਹੋ ਚੁੱਕੇ ਨੇ, ਭਾਈਜਾਨ ਬਾਰੇ ਖੁਲਾਸੇ ਹੋ ਚੁੱਕੇ ਨੇ। ਸੋ ਜਦੋਂ ਪਿਛਲੇ ਮਹੀਨੇ ਯਾਨੀ ਕਿ ਜੁਲਾਈ 3, 2023 ਇੱਕ 6ਵੀਂ ਸਪਲੀਮੈਂਟਰੀ ਚਾਰਜਸ਼ੀਟ NIA ਵੱਲੋਂ ਦਾਇਰ ਕੀਤੀ ਜਾਂਦੀ ਹੈ ਸਲਾਇਆ ਪੋਰਟ ਕੇਸ ਦੇ ਵਿੱਚ, ਜਿਸ ਦਾ ਜ਼ਿਕਰ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਕੀਤਾ ਸੀ। ਉਸ ਦੇ ਵਿੱਚ ਪੰਜਾਬ ਦੇ ਇਸ ਮੋਡਿਊਲ ਯਾਨੀ ਕਿ ਪੰਜਾਬ ਦੇ ਇਸ ਪੂਰੇ ਦੇ ਪੂਰੇ ਡਰੱਗ ਰਿੰਗ ਦੇ ਮੋਡਸ ਓਪਰੈਂਡੀ ਬਾਰੇ ਵੇਰਵਾ ਦਿੱਤਾ ਗਿਆ ਸੀ, ਜਿਸ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ। NIA ਦੀ ਤਫਤੀਸ਼ ਦੇ ਵਿੱਚ ਉਜਾਗਰ ਕੀਤਾ ਗਿਆ ਇਹੀ ਮੋਡਸ ਓਪਰੈਂਡੀ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ, ਜਿਸ ਵਿੱਚ ਲੁਧਿਆਣਾ ਸ਼ਾਮਲ ਸੀ, ਰਾਜਪੁਰਾ ਸ਼ਾਮਲ ਸੀ, ਅੰਮ੍ਰਿਤਸਰ ਸ਼ਾਮਲ ਸੀ, ਇਹਨਾਂ ਸ਼ਹਿਰਾਂ ਦੇ ਵਿੱਚ ਅਜਿਹੀਆਂ ਲੈਬੋਰੇਟਰੀਜ਼ ਬਣਾਈਆਂ ਗਈਆਂ ਸਨ। ਤਨਵੀਰ ਬੇਦੀ ਅਤੇ ਸਿਮਰਨਜੀਤ ਸੰਧੂ ਦੇ ਇਸ਼ਾਰੇ ਤੇ 2 ਅਜਿਹੇ ਮੇਨ ਏਜੰਟਸ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਨੇ ਅੰਮ੍ਰਿਤਸਰ, ਲੁਧਿਆਣਾ ਤੇ ਰਾਜਪੁਰੇ ਦੇ ਵਿੱਚ ਕੁਝ ਅਜਿਹੀਆਂ ਲੈਬਸ ਡਿਵੈਲਪ ਕੀਤੀਆਂ। ਨਵੰਬਰ 2020 ਦੇ ਵਿੱਚ ਗੁਰਦੀਪ ਸਿੰਘ ਰਾਣੂ ਅਤੇ ਰਵੇਸ਼ ਸਿੰਘ ਢਿੱਲੋਂ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਪਹਿਲਾਂ ਹੀ ਸਾਹਨੇਵਾਲ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਜੋਧੇਵਾਲ ਦਾ ਮਨਜੀਤ ਸਿੰਘ ਮੰਨਾ। ਤਨਵੀਰ ਬੇਦੀ ਅਤੇ ਸਿਮਰਨਜੀਤ ਸੰਧੂ ਵੱਲੋਂ ਚਲਾਏ ਜਾ ਰਹੇ ਡਰੱਗ ਰਿੰਗ ਦਾ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਸੀ, ਨੋਡਲ ਪੁਆਇੰਟ ਸੀ, ਉਹ ਸੀ ਮਨਜੀਤ ਸਿੰਘ ਮੰਨਾ, ਜੋ ਕਿ ਵੈਸੇ ਵੀ ਨਸ਼ੇ ਦਾ ਵੱਡਾ ਤਸਕਰ ਸੀ, ਪਹਿਲਾਂ ਵੀ ਨਸ਼ੇ ਦੀ ਤਸਕਰੀ ਕਰਦਾ ਰਿਹਾ। ਲੇਕਿਨ ਇਸ ਵੱਲੋਂ ਪੰਜਾਬ ਦੇ ਵਿੱਚ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਉਹ ਡਰੱਗ ਲੈਬਸ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ
ਹੈਰੋਇਨ ਜਿਹੜੀ ਗੁਜਰਾਤ ਦੇ ਪੋਰਟਸ ਤੋਂ ਲੈ ਕੇ ਆਈ ਗਈ ਸੀ ਉਸ ਨੂੰ ਕੱਟ ਕੀਤਾ ਜਾਣਾ ਸੀ ਤੇ ਇਸ ਦੇ ਲਈ ਅਫਗਾਨਿਸਤਾਨ ਤੇ ਉਜ਼ਬੇਕਿਸਤਾਨ ਤੋਂ ਬਹੁਤ ਸੇ ਅਜਿਹੇ ਮਾਹਰ ਜਿਹੜੇ ਸੀ ਉਹਨਾਂ ਨੂੰ ਭਾਰਤ ਦੇ ਵਿੱਚ ਅਲੱਗ-ਅਲੱਗ ਸਮਿਆਂ ਉੱਤੇ ਸੱਦਿਆ ਜਾਂਦਾ ਰਿਹਾ। ਸੋ 1 ਨਵੰਬਰ 2020 ਨੂੰ ਸਾਹਨੇਵਾਲ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਮਨਜੀਤ ਮੰਨੇ ਨੂੰ। ਉਸ ਦੀ ਹੀ ਨਿਸ਼ਾਨਦੇਹੀ ਤੋਂ ਇਨਫੋਰਮੇਸ਼ਨ ਤੋਂ ਬਾਅਦ ਇੱਕ ਵਿਸ਼ਾਲ ਵਿਸ਼ੂ ਨਾਂ ਦਾ ਤਸਕਰ ਤੇ ਇੱਕ ਅੰਗਰੇਜ਼ ਸਿੰਘ, ਵਿਸ਼ਾਲ ਵਿਸ਼ੂ ਬਟਾਲੇ ਦਾ ਰਹਿਣ ਵਾਲਾ ਸੀ ਤੇ ਅੰਗਰੇਜ਼ ਸਿੰਘ ਜਿਹੜਾ ਸੀ ਉਹ ਸ਼ਾਇਦ ਅਬੋਹਰ ਦਾ ਰਹਿਣ ਵਾਲਾ ਸੀ, ਇਹਨਾਂ ਨੂੰ 3 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਮਨਜੀਤ ਮੰਨੇ ਤੋਂ ਤਕਰੀਬਨ 18 ਕਿਲੋ ਹੈਰੋਇਨ ਤੇ 6 ਕਿਲੋ ਆਈਸ ਫੜੀ ਗਈ ਸੀ, ਜਦੋਂ ਕਿ ਬਾਕੀ ਦੋ ਜਿਹੜੀ ਅਗਲੇ 2 ਦਿਨ ਬਾਅਦ ਫੜੇ ਗਏ ਤਸਕਰ ਸੀ ਉਹਨਾਂ ਤੋਂ ਵੀ ਤਕਰੀਬਨ 10-12 ਕਿਲੋ ਹੈਰੋਇਨ ਫੜੀ ਗਈ ਸੀ। ਮਨਜੀਤ ਮੰਨੇ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੀਪ ਸਿੰਘ ਰਾਣੂ ਤੇ ਰਵੇਸ਼ ਸਿੰਘ ਢਿੱਲੋਂ ਤੇ ਤਾਂ ਸ਼ਿਕੰਜਾ ਕੱਸਣਾ ਹੀ ਸੀ, ਲੇਕਿਨ ਬੈਕਵਰਡ ਇੰਜੀਨੀਅਰਿੰਗ ਕਰਦੇ ਹੋਏ ਪੁਰਾਣੇ ਕੇਸਾਂ ਦੀ ਜਦੋਂ ਤਫਤੀਸ਼ ਤੱਕ ਗੱਲਬਾਤ ਨੂੰ ਜੋੜਿਆ ਗਿਆ, ਮਨਜੀਤ ਮੰਨੇ ਦੀ ਜਿਹੜੀ ਇਨਵੋਲਵਮੈਂਟ ਸੀ ਉਹ ਕਈ ਸਾਲਾਂ ਤੋਂ ਡਰੱਗ ਦੇ ਟ੍ਰੇਡ ਦੇ ਵਿੱਚ ਆ ਰਹੀ ਸੀ ਤੇ ਤਕਰੀਬਨ 10 ਮਹੀਨੇ ਪਹਿਲਾਂ ਅਨਵਰ ਮਸੀਹ ਦੀ ਸੁਲਤਾਨਵਿੰਡ ਦੀ ਕੋਠੀ ਤੇ ਜਿਹੜਾ ਛਾਪਾ ਪਾਇਆ ਗਿਆ ਸੀ, ਇੱਕ ਸ਼ਖਸ ਸੁਖਵਿੰਦਰ ਸਿੰਘ ਜਿਸ ਨੇ ਕਿ 80,000 ਰੁਪਏ ਮਹੀਨੇ ਦੇ ਕਿਰਾਏ ਉੱਤੇ ਉਸ ਕੋਠੀ ਨੂੰ ਲੈ ਰੱਖਿਆ ਸੀ, ਉਹ ਸੁਖਵਿੰਦਰ ਸਿੰਘ ਕੋਈ ਹੋਰ ਨਹੀਂ ਬਲਕਿ ਮਨਜੀਤ ਮੰਨੇ ਵੱਲੋਂ ਹੀ ਖੜਾ ਕੀਤਾ ਗਿਆ ਇੱਕ ਫਰੰਟਮੈਨ ਸੀ। ਤੇ ਬੇਸਿਕਲੀ ਇਹ ਜਿਹੜੀ ਡਰੱਗ ਲੈਬ ਸੀ ਇਹ ਵੀ ਮਨਜੀਤ ਮੰਨੇ ਦੇ ਨਾਲ ਹੀ ਲਿੰਕਡ ਸੀ। ਮਨਜੀਤ ਮੰਨੇ ਦੇ ਨਾਲ ਇੱਕ ਹੋਰ ਸ਼ਖਸ ਜਿਸ ਦਾ ਜ਼ਿਕਰ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਕੀਤਾ ਸੀ ਉਹ ਸੀ ਹਰਮਿੰਦਰ ਰੰਧਾਵਾ, ਜਿਸ ਨੂੰ ਕਿ ਰੋਮੀ ਰੰਧਾਵਾ ਦੇ ਨਾਲੋਂ ਵੀ ਜਾਣਿਆ ਜਾਂਦਾ ਸੀ। ਅਗਲੇ ਸਾਲ ਯਾਨੀ ਕਿ 2020 ਨਵੰਬਰ ਦੇ ਇਸ ਪੂਰੇ ਰਾਣੂ ਤੇ ਆ ਜਿਹੜੇ ਮਨਜੀਤ ਮੰਨੇ ਦਾ ਆਪਰੇਸ਼ਨ ਸੀ, ਇਸ ਤੋਂ ਕੁਝ ਹੀ ਮਹੀਨੇ ਬਾਅਦ ਐਕਸਟਰਾਡਾਈਟ ਕਰਕੇ ਥਾਈਲੈਂਡ ਤੋਂ ਹਰਮਿੰਦਰ ਰੰਧਾਵੇ ਯਾਨੀ ਕਿ ਰੋਮੀ ਰੰਧਾਵੇ ਨੂੰ ਲੈ ਕੇ ਆਂਦਾ ਗਿਆ ਤਕਰੀਬਨ ਜੁਲਾਈ ਜਾਂ ਅਗਸਤ 2021 ਦੇ ਵਿੱਚ। ਹੁਣ ਇੱਥੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਹੈਰੋਇਨ ਨੂੰ ਸਿੰਥੈਟਿਕ ਹੈਰੋਇਨ ਦੇ ਵਿੱਚ ਕੱਟ ਕਰਨਾ, ਡਾਇਲਿਊਟ ਕਰਨਾ, ਐਡਲਟਰੇਟ ਕਰਕੇ ਉਸ ਦੀ ਮਾਤਰਾ ਨੂੰ ਕਈ ਗੁਣਾ ਵਧਾਉਣਾ, ਇਸ ਲਈ ਜਿਹੜੀਆਂ ਇਹ ਲੈਬਸ ਮੰਨੇ ਤੇ ਰੋਮੀ ਰੰਧਾਵੇ ਵੱਲੋਂ ਪੰਜਾਬ ਦੇ ਵਿੱਚ ਖੋਲ੍ਹੀਆਂ ਗਈਆਂ ਸਨ, ਇਸੇ ਤਰਜ਼ ਉੱਤੇ ਦਿੱਲੀ ਦੇ ਵਿੱਚ ਬਹੁਤ ਸੀ ਅਜਿਹੀਆਂ ਲੈਬਸ ਖੁੱਲ੍ਹੀਆਂ ਹੋਈਆਂ ਸਨ। ਮੈਂ ਇਹ ਦੱਸਿਆ ਸੀ ਪਿਛਲੀ ਰਿਪੋਰਟ ਦੇ ਵਿੱਚ ਵੀ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਰੈਕਟ ਅਨਰਥ ਹੋਇਆ ਸੀ, ਜਿਸ ਵਿੱਚ ਕਿ ਹੈਰੋਇਨ ਦੀ ਤਕਰੀਬਨ ਉਸ ਵਕਤ ਮੈਂ 350 ਕਿਲੋ ਕਿਹਾ ਸੀ, ਲੇਕਿਨ 350 ਕਿਲੋ ਨਹੀਂ 165 ਕਿਲੋ ਦੇ ਆਸ-ਪਾਸ ਸਿੰਥੈਟਿਕ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। ਹੁਣ ਇਹ ਉਹ ਕਾਰਨ ਸੀ ਜਿਸ ਕਰਕੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦਾ ਰੁਖ ਕਰਨਾ ਪਿਆ। ਇੱਥੇ ਆ ਕੇ ਸਿਮਰਨਜੀਤ ਸੰਧੂ ਦੀ ਭਾਲ ਕਰਨੀ ਪਈ, ਕਿਉਂਕਿ ਇਹ ਮੰਨਿਆ ਗਿਆ ਕਿ ਜਿਹੜੀ ਗੁਜਰਾਤ ਦੇ ਪੋਰਟਸ ਤੋਂ 500 ਕਿਲੋ ਹੈਰੋਇਨ ਅਲੱਗ-ਅਲੱਗ 200 ਤੇ 100 ਕਿਲੋ ਦੀ ਅਲੱਗ-ਅਲੱਗ ਕੰਸਾਈਨਮੈਂਟਸ ਦੇ ਵਿੱਚ ਟਰੱਕ ਜ਼ੀਰੇ ਦੇ ਟਰੱਕਾਂ ਦੇ ਵਿੱਚ ਸੁਖਬੀਰ ਸਿੰਘ ਲੈ ਕੇ ਆਇਆ ਸੀ। ਉਸਨੇ ਪਹਿਲਾਂ ਇੱਕ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਡਰੱਗਸ ਨੂੰ, ਇਸ ਹੈਰੋਇਨ ਨੂੰ ਦਿੱਲੀ ਦੇ ਵਿੱਚ ਸਟੋਰ ਕੀਤਾ ਸੀ। ਅਲੱਗ-ਅਲੱਗ ਦਿੱਲੀ ਦੀਆਂ ਲੋਕੇਸ਼ਨ ਸਨ ਜਿੱਥੇ ਇਸੇ ਤਰਜ਼ ਦੇ ਉੱਤੇ ਇਹ ਮਿਨੀ ਲੈਬਸ ਬਣਾਈਆਂ ਗਈਆਂ ਸਨ, ਲੇਕਿਨ ਦਿੱਲੀ ਕ੍ਰਾਈਮ ਬ੍ਰਾਂਚ ਦਾ ਇੱਕ ਬਹੁਤ ਵੱਡਾ ਛਾਪਾ ਪਿਆ ਤੇ ਉਹ ਡਰੱਗਸ ਫੜੀਆਂ ਗਈਆਂ, ਜਿਸ ਕਾਰਨ ਤਕਰੀਬਨ 100-150 ਕਿਲੋ ਦੇ ਆਸ-ਪਾਸ ਅਜਿਹੀ ਡਰੱਗ ਸੀ ਜਿਸ ਨੂੰ ਇਹ ਦੱਸਿਆ ਜਾਂਦਾ, ਇਹ ਅਨੁਮਾਨ ਹੈ, ਹਾਲਾਂਕਿ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਕਲੀਅਰ ਨਹੀਂ ਹੈ, ਲੇਕਿਨ ਇਹ ਕਿਹਾ ਗਿਆ ਕਿ ਦਿੱਲੀ ਦੀ ਉਹੀ ਕੰਸਾਈਨਮੈਂਟ ਨੂੰ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਵੀ ਭੇਜਿਆ ਗਿਆ ਤੇ ਜਿਹੜੀ ਸੁਲਤਾਨਵਿੰਡ ਦੀ ਅਨਵਰ ਮਸੀਹ ਦੀ ਕੋਠੀ ਤੋਂ ਹੈਰੋਇਨ ਜਾਂ ਸਿੰਥੈਟਿਕ ਹੈਰੋਇਨ ਬਣਾਉਣ ਲਈ ਜਿਹੜੀ ਹੈਰੋਇਨ ਤੇ ਰੱਖੀ ਗਈ ਸੀ ਉੱਥੇ ਜਾਂ ਹੋਰ ਕੈਮੀਕਲਸ ਵਗੈਰਾ ਬਰਾਮਦ ਕੀਤੇ ਗਏ, ਉਹ ਉਸੇ ਕੰਸਾਈਨਮੈਂਟ ਦਾ ਹਿੱਸਾ ਸੀ, ਜਿਸ ਦੇ ਵਿੱਚੋਂ ਕੁਝ ਪਾਰਟ ਦਿੱਲੀ ਤੋਂ ਆਨਨ ਫਾਨਨ ਦੇ ਵਿੱਚ, ਜਿਹਨੂੰ ਕਹਿ ਸਕਦੇ ਕਿ ਹਫੜਾ ਦਫੜੀ ਦੇ ਵਿੱਚ ਇਹਨਾਂ ਸਮਗਲਰਸ ਨੇ ਟਰਾਂਸਪੋਰਟ ਕਰਕੇ ਪੰਜਾਬ ਭੇਜਿਆ। ਮੰਨਿਆ ਇਹ ਵੀ ਜਾਂਦਾ ਹੈ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ ਐਡੀ ਵੱਡੀ ਖੇਪ ਦੀ ਬਰਾਮਦਗੀ ਤੋਂ ਬਾਅਦ ਜਦੋਂ ਇਸ ਦੇ ਤਾਰ ਪੰਜਾਬ ਦੇ ਨਾਲ ਜੁੜੇ, ਅੰਮ੍ਰਿਤਸਰ ਦੇ ਨਾਲ ਜੁੜੇ, ਉਸ ਤੋਂ ਬਾਅਦ ਹੀ ਪੰਜਾਬ ਦੀ STF ਵੀ ਹਰਕਤ ਵਿੱਚ ਆਈ, ਜਿਸ ਤੋਂ ਬਾਅਦ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਆਪਰੇਸ਼ਨ ਕੀਤਾ। ਉਸ ਤੋਂ ਬਾਅਦ ਸੁਖਬੀਰ ਸਿੰਘ ਫੜਿਆ ਗਿਆ ਮੋਹਾਲੀ ਤੋਂ 5 ਕਿਲੋ ਹੈਰੋਇਨ ਦੇ ਨਾਲ, ਤੇ ਫਿਰ ਬਾਅਦ ਦੇ ਵਿੱਚ ਅਨਵਰ ਮਸੀਹ ਦੀ ਕੋਠੀ ਨੂੰ ਟਰੈਕ ਕਰਕੇ ਉੱਥੇ ਪੁਲਿਸ ਨੇ ਰੇਡ ਕੀਤੀ ਤੇ ਫਿਰ 194 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਵਿੱਚੋਂ ਚੰਗਾ ਖਾਸਾ ਹਿੱਸਾ ਦਿੱਲੀ ਤੋਂ ਆਇਆ ਹੋ ਸਕਦਾ। ਤੇ ਸਰਟਨਲੀ ਇਹ ਸਾਰਾ ਦਾ ਸਾਰਾ ਹੈਰੋਇਨ ਦਾ ਜਿਹੜਾ ਮਾਲ ਸੀ ਇਹ ਗੁਜਰਾਤ ਦੇ ਪੋਰਟ ਦੇ ਜ਼ਰੀਏ ਹੋ ਕੇ ਹੀ ਭਾਰਤ ਐਂਟਰ ਕੀਤਾ ਸੀ। ਹੁਣ ਦਿੱਲੀ ਦੀ ਹੀ ਤਰਜ਼ ਉੱਤੇ ਇਸ ਤਰੀਕੇ ਦੀਆਂ ਜਿਹੜੀਆਂ ਲੈਬਸ ਹੈਰੋਇਨ ਟੂ ਸਿੰਥੈਟਿਕ ਹੈਰੋਇਨ ਲੈਬ ਕਨਵਰਟ ਕਰਨ ਵਾਲੀਆਂ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਰਾਜਪੁਰੇ ਵਰਗੇ ਸ਼ਹਿਰਾਂ ਦੇ ਵਿੱਚ ਖੋਲੀਆਂ ਜਾਣੀਆਂ ਸਨ, ਖੋਲੀਆਂ ਗਈਆਂ। ਇਹਨਾਂ ਲਈ ਵਰਤਿਆ ਗਿਆ ਮਨਜੀਤ ਸਿੰਘ ਮੰਨੇ ਵੱਲੋਂ ਸੁਖਵਿੰਦਰ ਸਿੰਘ ਨੂੰ, ਸੁਖਵਿੰਦਰ ਸਿੰਘ, ਅੰਕੁਸ਼ ਕਪੂਰ, ਤਮੰਨਾ ਗੁਪਤਾ ਅਤੇ ਮੇਜਰ ਸਿੰਘ, ਇਹ 4 ਅਜਿਹੇ ਲੋਕ ਸਨ ਜਿਨ੍ਹਾਂ ਵੱਲੋਂ ਅਨਵਰ ਮਸੀਹ ਦੀ ਕੋਠੀ ਨੂੰ 80,000 ਰੁਪਏ ਦੇ ਕਿਰਾਏ ਉੱਤੇ, ਮਹੀਨੇ ਦੇ ਕਿਰਾਏ ਉੱਤੇ ਲਿਆ ਜਾਂਦਾ ਤੇ ਫਿਰ ਉੱਥੋਂ ਇੱਕ ਡਰੱਗ ਦੀ ਮਿਨੀ ਲੈਬ ਚਲਾਈ ਜਾਂਦੀ ਹੈ। ਇਹ ਜਿਹੜੀ ਪ੍ਰੋਸੈਸਿੰਗ ਇਸ ਕੋਠੀ ਦੇ ਵਿੱਚ ਹੈਰੋਇਨ ਦੀ, ਸਿੰਥੈਟਿਕ ਹੈਰੋਇਨ ਵਿੱਚ ਹੋਣੀ ਸੀ, ਇਸ ਲਈ ਅਫਗਾਨਿਸਤਾਨ ਦਾ ਇੱਕ ਸ਼ਖਸ ਅਰਮਾਨ ਬਸ਼ਰ ਮਾਲ ਕਰਕੇ ਉਸ ਨੂੰ ਹਾਇਰ ਕੀਤਾ ਗਿਆ, ਉਸ ਨੂੰ ਬੁਲਾਇਆ ਗਿਆ। ਮੈਂ ਰਿਪੋਰਟ ਦੇ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਅਫਗਾਨਿਸਤਾਨ ਤੇ ਉਜ਼ਬੇਕਿਸਤਾਨ ਵਰਗੇ ਮੁਲਕ ਜਿੱਥੇ ਕਿ
ओरिजिनली हेरोइन बनती है, हेरोइन की मैਨੂਫੈਕਚਰਿੰਗ होंगी है, एक प्रोसैस है मोटा मोटा। मैं अज इस रिपोर्ट के थोड़ा समझा दा कि हेरोइन तैयार किवें होंदी है, क्योंकि ये बहुत इंपॉर्टेंट प्रोसैस है। इसी के जरिए असीं ये समझ सकते हैं कि बाद दे कटिंग एजेंट वापस हेरोइन तो सिंथेटिक हेरोइन दे किवें तब्दील किए जाते हैं। सो मोटा मोटा आपां सारे जानते हैं कि डोडे जिहड़े पॉपी सीड्स होंदे ने, पॉपी बर्ड्स होंदे ने, ਉਹ ਅਫਗਾਨਿਸਤਾਨ, ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ, ਬਰਮਾ ਵਰਗੇ ਮੁਲਕਾਂ ਦੇ ਵਿੱਚ ਖੇਤੀ ਡੋਡਿਆਂ ਦੀ ਕੀਤੀ ਜਾਂਦੀ ਹੈ। ਉਹਨਾਂ ਡੋਡੇ ਦੇ ਜਿਹੜੇ ਫੁੱਲ ਹੁੰਦੇ ਨੇ, ਉਹਨਾਂ ਨੂੰ ਬਡਸ ਹੁੰਦੇ ਨੇ, ਉਹਨਾਂ ਦੇ ਉੱਤੇ ਕੱਟ ਲਾਇਆ ਜਾਂਦਾ ਹੈ। ਉਸ ਕੱਟ ਦੇ ਵਿੱਚੋਂ ਇੱਕ ਦੁੱਧਨੁਮਾ ਜਿਹੜਾ ਲਿਕੁਇਡ ਨਿਕਲਦਾ ਹੈ, ਉਹ ਬੇਸਿਕਲੀ ਅਫੀਮ ਹੁੰਦੀ ਹੈ, ਜਿਸ ਨੂੰ ਬਾਅਦ ਦੇ ਵਿੱਚ ਪਾਣੀ ਦੇ ਨਾਲ ਤੇ ਕੁਝ ਹੋਰ ਕੈਮੀਕਲਸ ਦੇ ਨਾਲ ਰਿਫਾਈਨ ਕੀਤਾ ਜਾਂਦਾ ਹੈ। ਪਲਾਂਟ ਮਟੀਰੀਅਲ ਉਸ ਚੋਂ ਛਾਂਟ ਕੇ ਉਸ ਨੂੰ ਮੋਰਫਿਨ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਮੋਰਫਿਨ ਦੇ ਵਿੱਚ ਕੁਝ ਹੋਰ ਕੈਮੀਕਲ ਟ੍ਰੀਟਮੈਂਟ ਦੇ ਜ਼ਰੀਏ ਫਿਰ ਉਸ ਨੂੰ ਪਾਊਡਰ ਦੀ ਸ਼ਕਲ ਦਿੱਤੀ ਜਾਂਦੀ ਹੈ। ਸੋ ਅਫੀਮ ਟੂ ਮੋਰਫਿਨ, ਮੋਰਫਿਨ ਤੋਂ ਬਾਅਦ ਫਿਰ ਹੈਰੋਇਨ, ਇਸ ਤਰੀਕੇ ਦਾ ਸਿੰਪਲ ਪ੍ਰੋਸੈਸ ਹੈ। ਲੇਕਿਨ ਬਾਅਦ ਦੇ ਵਿੱਚ ਜਦੋਂ ਪਾਊਡਰਡ ਫਾਰਮ ਆਫ ਹੈਰੋਇਨ ਬਣ ਜਾਂਦੀ ਹੈ, ਹੁਣ ਇਸ ਪਾਊਡਰਡ ਹੈਰੋਇਨ ਨੂੰ ਜਦੋਂ ਸਿੰਥੈਟਿਕ ਹੈਰੋਇਨ ਦੇ ਵਿੱਚ ਕਨਵਰਟ ਕੀਤਾ ਜਾਣਾ ਹੁੰਦਾ ਹੈ, ਇਸ ਦੇ ਵਿੱਚ ਕੈਮੀਕਲਸ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਕਟਿੰਗ ਏਜੰਟਸ ਕਿਹਾ ਜਾਂਦਾ ਹੈ। ਇਹ ਕਟਿੰਗ ਏਜੰਟਸ ਇੱਕ ਕੈਮੀਕਲ ਟ੍ਰੀਟਮੈਂਟ ਦੇ ਜ਼ਰੀਏ ਸਿੰਥੈਟਿਕ ਹੈਰੋਇਨ ਤਿਆਰ ਕਰਦੇ ਨੇ ਤੇ ਉਸ ਦੇ ਵਿੱਚ ਬਹੁਤ ਅਜਿਹੇ ਕੈਮੀਕਲ ਸ਼ਾਮਲ ਹੁੰਦੇ ਨੇ। ਫੈਂਟਾਨਿਲ ਵਰਗੇ, ਵੈਸੇ ਤਾਂ ਦੇਖੋ ਬੇਕਿੰਗ ਸੋਡਾ ਤੇ ਕੁਨੀਨ ਵਰਗੇ ਅਜਿਹੇ ਬੜੇ ਸਧਾਰਨ ਚੀਜ਼ਾਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਪਾਊਡਰ ਦੀ ਸ਼ਕਲ ਦੇ ਵਿੱਚ ਪਾ ਕੇ ਇਸ ਹੈਰੋਇਨ ਦੇ ਵਿੱਚ ਇਸ ਦੀ ਕੁਆਂਟੀਟੀ ਨੂੰ ਵਧਾਇਆ ਜਾ ਸਕਦਾ ਹੈ। ਲੇਕਿਨ ਉਸ ਦੇ ਨਾਲ ਇਸ ਹੈਰੋਇਨ ਦੀ ਜਿਹੜੀ ਤੀਬਰਤਾ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਸ ਦਾ ਹਾਈ ਹੁੰਦਾ ਹੈ, ਉਹ ਨਹੀਂ ਵੱਧ ਸਕਦਾ। ਸੋ ਉਸ ਲਈ ਇਸ ਨੂੰ ਫੈਂਟਾਨਿਲ ਵਰਗੇ ਜਾਂ ਫਿਰ ਹੋਰ ਕੁਝ ਅਜਿਹੇ ਕਟਿੰਗ ਏਜੰਟਸ ਦੇ ਨਾਲ ਲੇਸ ਕੀਤਾ ਜਾਂਦਾ, ਮਿਕਸ ਕੀਤਾ ਜਾਂਦਾ ਤੇ ਉਹ ਕੈਮੀਕਲ ਟ੍ਰੀਟਮੈਂਟ ਦੇ ਜ਼ਰੀਏ ਹੋਣਾ ਹੈ। ਸਿੱਧਾ ਪਾਊਡਰ ਦੇ ਵਿੱਚ ਪਾਊਡਰ ਪਾ ਕੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਉਸ ਨੂੰ ਵੀ ਇੱਕ ਲੈਬ ਦੇ ਜ਼ਰੀਏ, ਇੱਕ ਪ੍ਰੋਸੈਸ ਦੇ ਜ਼ਰੀਏ ਕੀਤਾ ਜਾਣਾ ਹੈ। ਤੇ ਇਸ ਕੰਮ ਦੇ ਵਿੱਚ ਇਹ ਜਿਹੜੇ ਅਫਗਾਨਿਸਤਾਨ ਤੋਂ ਬੁਲਾਏ ਗਏ ਇਹਨਾਂ ਦੇ ਐਕਸਪਰਟ, ਸੋ ਕਾਲਡ ਐਕਸਪਰਟਸ ਹੁੰਦੇ ਨੇ, ਜਾਂ ਫਿਰ ਉਜ਼ਬੇਕਿਸਤਾਨ ਤੋਂ ਬੁਲਾਏ ਗਏ ਲੋਕ, ਇਹ ਮਾਹਰ ਹੁੰਦੇ ਨੇ। ਸੋ ਜਦੋਂ ਅਰਮਾਨ ਬਸ਼ਰ ਮਾਲ ਨੂੰ ਅਨਵਰ ਮਸੀਹ ਦੀ ਕੋਠੀ, ਸੁਲਤਾਨਵਿੰਡ ਦੀ ਉਸ ਕੋਠੀ ਦੇ ਉੱਤੇ ਹੋਈ ਰੇਡ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ, ਇਹ ਮੋਡਸ ਓਪਰੈਂਡਾਈ ਪੰਜਾਬ STF ਨੂੰ, ਪੰਜਾਬ ਪੁਲਿਸ ਨੂੰ ਉਸ ਵਕਤ ਸਮਝ ਆਉਂਦਾ ਹੈ। ਦਿੱਲੀ ਤੇ ਗੁਜਰਾਤ ਦੀ ATS ਨੂੰ ਕੁਝ ਹੱਦ ਤੱਕ ਇਸ ਪੂਰੇ ਦੇ ਪੂਰੇ ਕੰਮ ਕਰਨ ਦੇ ਤਰੀਕੇ ਦੀ ਸਮਝ ਪਹਿਲਾਂ ਤੋਂ ਹੁੰਦੀ ਹੈ। ਬਾਅਦ ਦੇ ਵਿੱਚ ਤਕਰੀਬਨ 2 ਸਾਲ ਬਾਅਦ, ਜਦੋਂ 2021 ਦੇ ਵਿੱਚ ਮੁੰਦਰਾ ਪੋਰਟ ਤੋਂ ਇਹ ਸਾਰਾ ਦਾ ਸਾਰਾ ਮਾਲ ਫੜਿਆ ਗਿਆ, 3 ਟਨ ਦੇ ਆਸ-ਪਾਸ ਜਿਹੜੀ ਹੈਰੋਇਨ ਫੜੀ ਗਈ, ਉਸ ਕੇਸ ਦੇ ਵਿੱਚ ਵੀ ਫਿਰ ਵਿਆਪਕ ਪੱਧਰ ਉੱਤੇ ਛਾਪੇਮਾਰੀ ਹੋਈ। DRI ਤੋਂ ਕੇਸ NIA ਨੇ ਟੇਕ ਓਵਰ ਕੀਤਾ ਤੇ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਇਸ ਕੇਸ ਦੀ ਕੀਤੀ ਗਈ, 4 ਅਫਗਾਨਿਸਤਾਨ ਦੇ ਤੇ 1 ਉਜ਼ਬੇਕਿਸਤਾਨ ਦਾ ਵਿਅਕਤੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜੋ ਕਿ ਹੋਰ ਕੁਝ ਨਹੀਂ ਬਲਕਿ ਉਹਨਾਂ ਦੀ ਭੂਮਿਕਾ ਇਹੀ ਸੀ ਕਿ ਇਹ ਅਫਗਾਨਿਸਤਾਨ ਤੋਂ ਬੁਲਾਏ ਗਏ ਉਹ ਮਾਹਰ ਸਨ ਜੋ ਕਿ ਹੈਰੋਇਨ ਨੂੰ ਸਿੰਥੈਟਿਕ ਹੈਰੋਇਨ ਦੇ ਵਿੱਚ ਕਨਵਰਟ ਕਰਨ ਦਾ ਕੰਮ ਕਰਦੇ ਸੀ। ਸੋ ਮਨਜੀਤ ਮੰਨੇ ਤੇ ਰੋਮੀ ਰੰਧਾਵੇ ਵਰਗੇ ਉਹ ਕਿਰਦਾਰ ਹੈਗੇ ਨੇ, ਉਹ ਵਿਚਲੀ ਕੜੀ ਸਨ ਜੋ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ, ਇੱਥੇ ਵਿਚਰਦਿਆਂ ਹੋਇਆਂ ਨਾ ਸਿਰਫ ਹੈਰੋਇਨ ਦੀਆਂ ਇਹਨਾਂ ਖੇਪਾਂ ਨੂੰ ਗੁਜਰਾਤ ਦੇ ਪੋਰਟਸ ਤੋਂ ਦਿੱਲੀ ਦੇ ਜ਼ਰੀਏ ਹੋ ਕੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਡਰੱਗ ਦੀ ਲੈਬਸ ਦੇ ਵਿੱਚ ਪਹੁੰਚਾ ਰਹੇ ਸਨ, ਬਲਕਿ ਇਹਨਾਂ ਨੇ ਤਾਂ ਖੁਦ ਆਪਣੇ ਵੱਲੋਂ ਹੀ ਇਹ ਡਰੱਗ ਦੀ ਲੈਬਸ ਖੋਲੀਆਂ ਵੀ ਹੋਈਆਂ ਸਨ। ਅਨਵਰ ਮਸੀਹ ਦੀ ਕੋਠੀ ਤੋਂ ਤੇ ਰਾਜਪੁਰੇ ਦੇ ਇੱਕ ਠਿਕਾਣੇ ਤੋਂ ਜਿਹੜੀ ਹੈਰੋਇਨ ਬਰਾਮਦ ਹੋਈ 194 ਕਿਲੋ, ਤੇ ਰਾਜਪੁਰੇ ਤੋਂ ਉਸ ਹੈਰੋਇਨ ਦੇ ਨਾਲ ਕੁਝ ਅਜਿਹੇ ਕੈਮੀਕਲਸ, ਕੁਝ ਅਜਿਹੇ ਪਾਊਡਰਸ ਵੀ ਸਨ ਜੋ ਕਿ ਬੇਸਿਕਲੀ ਤੇ ਐਸੈਂਸ਼ੀਅਲੀ ਉਹੀ ਕਟਿੰਗ ਏਜੰਟ ਸਨ ਜਿਨ੍ਹਾਂ ਦੀ ਵਰਤੋਂ ਹੈਰੋਇਨ ਨੂੰ ਸਿੰਥੈਟਿਕ ਹੈਰੋਇਨ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਕੀਤੀ ਜਾਣੀ ਸੀ। ਸੋ ਇਸ ਸਭ ਦੇ ਖਿਲਾਫ ਜਿਹੜੀ ਚਾਰਜਸ਼ੀਟ ਹੈ ਉਹ ਫਾਈਲ ਕੀਤੀ ਗਈ ਹੈ ਪਿਛਲੇ ਮਹੀਨੇ। ਮਲਕੀਤ ਸਿੰਘ ਅਤੇ ਕੁਲਦੀਪ ਸਿੰਘ ਨਾਂ ਦੇ 2 ਹੋਰ ਵਿਅਕਤੀ ਹੈਗੇ ਨੇ। ਸੁਖਬੀਰ ਏਲੀਅਸ ਹੈਪੀ ਦਾ ਜ਼ਿਕਰ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਕੀਤਾ ਸੀ, ਜੋ ਕਿ ਬੇਸਿਕਲੀ ਇਸ ਪੂਰੀ ਦੀ ਪੂਰੀ ਗੁਜਰਾਤ ਤੋਂ ਆਉਣ ਵਾਲੀ ਕੰਸਾਈਨਮੈਂਟ ਨੂੰ ਦਿੱਲੀ ਦੇ ਰਸਤੇ ਹੋ ਕੇ ਪੰਜਾਬ ਲੈ ਕੇ ਆਂਦਾ ਸੀ। ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਦੀ ਮੁੱਖ ਭੂਮਿਕਾ ਸੀ ਨਸ਼ੇ ਦੀ ਇਸ ਕੰਸਾਈਨਮੈਂਟ ਦੀ ਟਰਾਂਸਪੋਰਟੇਸ਼ਨ, ਜੋ ਕਿ ਸੁਖਬੀਰ ਏਲੀਅਸ ਹੈਪੀ ਦੇ ਇਸ਼ਾਰੇ ਤੇ ਕੀਤੀ ਜਾਂਦੀ ਸੀ। ਇਹ ਦੱਸਿਆ ਜਾਂਦਾ ਸੀ ਕਿ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨਾਂ ਉੱਤੇ ਰਜਿਸਟਰਡ ਇੱਕ ਬੋਲੈਰੋ ਗੱਡੀ ਸੀ, ਜਿਸ ਦਾ ਡਰਾਈਵਰ ਇਹਨਾਂ ਦੋਹਾਂ ਚੋਂ ਕੁਲਦੀਪ ਸਿੰਘ ਸੀ। ਕੁਲਦੀਪ ਤੇ ਮਲਕੀਤ ਵੱਲੋਂ ਇਸ ਬੋਲੈਰੋ ਦੇ ਵਿੱਚ ਐਸਕੌਟ ਕਰਕੇ ਨਸ਼ੇ ਦੀ ਇਸ ਕੰਸਾਈਨਮੈਂਟ ਨੂੰ ਲਿਆਂਦਾ ਗਿਆ, ਦਿੱਲੀ ਦੇ ਵਿੱਚ ਵੀ ਲਿਆਂਦਾ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਪੰਜਾਬ ਦੇ ਵਿੱਚ ਵੀ ਟਰਾਂਸਪੋਰਟ ਕੀਤਾ ਗਿਆ। ਇਹਨਾਂ ਦਾ ਪਰਪਸ ਇਹ ਸੀ ਕਿ ਗੁਰਦੁਆਰੇ ਦੀ ਗੱਡੀਆਂ ਅੱਗੇ ਲੱਗੇ ਹੋਣ ਦੇ ਕਾਰਨ ਕਿਸ ਨੂੰ ਸ਼ੱਕ ਨਹੀਂ ਹੋਏਗਾ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਜਿਹੜੀ ਹੈਰੋਇਨ ਹੈ ਇਸ ਨੂੰ ਅੰਮ੍ਰਿਤਸਰ, ਲੁਧਿਆਣਾ ਜਾਂ ਅਲੱਗ-ਅਲੱਗ ਹੋਰ ਠਿਕਾਣੇ ਜਿੱਥੇ ਕਿ ਇਹਨਾਂ ਨੇ ਉਹ ਡਰੱਗ ਲੈਬਸ ਬਣਾਈਆਂ ਹੋਈਆਂ ਸਨ, ਉੱਥੇ ਤੱਕ ਟਰਾਂਸਪੋਰਟ ਕੀਤਾ ਜਾ ਸਕੇਗਾ। ਸੋ ਇਸ ਤਰੀਕੇ ਦਾ ਪੂਰਾ ਮੋਡਸ ਓਪਰੈਂਡਾਈ, ਬਾਹਰ ਬੈਠੇ ਰਿੰਗ ਲੀਡਰ ਤਨਵੀਰ ਬੇਦੀ, ਸਿਮਰਨਜੀਤ ਸੰਧੂ, ਭਾਈਜਾਨ ਤੇ ਹੇਠਲੇ ਪੱਧਰ ਉੱਤੇ ਗੁਰਦੀਪ ਰਾਣੂ ਵਰਗੇ ਜਾਂ ਰਵੇਸ਼ ਸਿੰਘ ਢਿੱਲੋਂ ਵਰਗੇ ਤੇ ਉਹਨਾਂ ਤੋਂ ਥੱਲੇ ਦੇ ਲੈਵਲ ਦੇ ਜਿਹੜੇ ਛੋਟੇ-ਮੋਟੇ, ਮੈਂ ਇਹਨਾਂ ਨੂੰ ਛੋਟੇ-ਮੋਟੇ ਸਪਲਾਇਰ ਹੀ ਕਹਾਂਗਾ, ਇਹਨਾਂ ਦੀ ਗੱਡੀਆਂ ਤੇ ਚਕਾਚੌਂਧ ਵੇਖ ਕੇ ਇਹਨਾਂ ਦੇ ਵੱਡੇ ਹੋਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਬਲਕਿ ਇਹ ਤਾਂ ਸਿੰਪਲੀ ਉਹ ਲੋਕ ਸਨ ਜਿਨ੍ਹਾਂ ਨੂੰ ਪੈਕਟ ਫੜਾਤੇ ਜਾਂਦੇ ਸਨ, ਥੋੜੇ ਬਹੁਤ ਮੁਨਾਫੇ ਦੇ ਉੱਤੇ ਇਹਨਾਂ ਨੇ ਉਹ ਪੈਕਟ ਵੇਚਣੇ ਹੁੰਦੇ ਸਨ। ਇਹਨਾਂ ਤੋਂ ਥੱਲੇ ਵੀ ਇੱਕ ਲੈਵਲ ਦੇ
ਸਟਰੀਟ ਪੈਡਲਰਸ ਜਿਹੜੇ ਹੁੰਦੇ ਨੇ ਕੁਝ ਗ੍ਰਾਮ ਜਿਨ੍ਹਾਂ ਨੂੰ ਦਿੱਤਾ ਜਾਂਦਾ ਤੇ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿ ਪੰਜਾਬ ਦੇ ਵਿੱਚ ਉਸ ਦੀ ਵਿਕਰੀ ਕਰਨੀ, ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਨੂੰ ਘੋਲਣਾ। ਲੇਕਿਨ ਵਿੱਚ ਦੀ ਕੜੀ ਰੋਮੀ ਰੰਧਾਵੇ ਵਰਗੇ ਤੇ ਮਨਜੀਤ ਮੰਨੇ ਵਰਗੇ ਲੋਕ ਸਨ। ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਕੋਸ਼ਿਸ਼ ਇਹੀ ਸੀ ਕਿ ਆਪਾਂ ਸਮਝ ਸਕੀਏ ਕਿ ਨਸ਼ੇ ਦੀ ਸਪਲਾਈ ਅਫਗਾਨਿਸਤਾਨ ਜਾਂ ਪਾਕਿਸਤਾਨ ਤੋਂ ਜਿਹੜੇ ਉੱਥੋਂ ਦੇ ਡੋਡਿਆਂ ਦੀ ਖੇਤੀ ਕਰਨ ਵਾਲੇ ਕਿਸਾਨ ਹੈਗੇ ਨੇ, ਫਾਰਮ, ਉੱਥੇ ਤਾਂ ਇੱਕ ਪ੍ਰੋਪਰ ਇਕੋਨਮੀ ਹੈ ਡੋਡਿਆਂ ਦੀ ਖੇਤੀ ਦੀ। ਈਵਨ ਬਰਮਾ ਵਾਲੇ ਪਾਸੇ ਵੀ ਇਹ ਸੇਮ ਕੰਮ ਚੱਲਦਾ ਹੈ। ਹੁਣ ਪੈਦਾ ਅਤੇ ਸਮਗਲ ਕੀਤੀ ਜਾਣ ਵਾਲੀ ਹੈਰੋਇਨ ਦੀ ਮਾਤਰਾ ਕੋਈ ਜ਼ਿਆਦਾ ਵਧੀ ਨਹੀਂ ਹੈ, ਬਲਕਿ ਉਸ ਨੂੰ ਕਈ ਗੁਣਾ ਵਧਾਉਣ ਦੇ ਜਿਹੜੇ ਟੋਟਕੇ ਤੇ ਜਿਹੜੇ ਪੈਂਤੜੇ ਹੈਗੇ ਨੇ ਉਹ ਇਹਨਾਂ ਲੋਕਾਂ ਨੇ ਸਿੱਖ ਲਏ ਨੇ। ਤੇ ਉਸ ਦੇ ਵਿੱਚ ਇਹਨਾਂ ਕਟਿੰਗ ਏਜੰਟਸ ਦਾ, ਮਨਜੀਤ ਮੰਨੇ ਵਰਗਿਆਂ ਦਾ ਜਾਂ ਫਿਰ ਰੋਮੀ ਰੰਧਾਵੇ ਵਰਗਿਆਂ ਦਾ ਬੜਾ ਅਹਿਮ ਰੋਲ ਹੈ। ਤੇ ਉਹ ਉਤਲੇ ਰਿੰਗ ਪਿਨ ਤੇ ਜਿਹੜੇ ਥਲੜੇ ਸਮਗਲਰ ਹੈਗੇ ਨੇ ਉਹਨਾਂ ਦਾ ਤਾਂ ਉਦੋਂ ਦੀ ਜਿਹੜੀ ਕ੍ਰਿਮੀਨੈਲਿਟੀ ਹੈ ਉਸ ਦੇ ਵਿੱਚ ਕੋਈ ਸੰਸਾ ਨਹੀਂ ਹੈ। ਲੇਕਿਨ ਅਜਿਹੇ ਵਿਚਲੇ ਜਿਹੜੇ ਕਰੈਕਟਰ ਹੈਗੇ ਨੇ, ਕਿਰਦਾਰ ਹੈਗੇ ਨੇ, ਕਿਉਂਕਿ ਇਹ ਜ਼ਿਆਦਾ ਮਾਰੂ ਹੈਗੇ ਨੇ। ਇਹ ਸਮਝਣ ਦੀ ਲੋੜ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਿੰਥੈਟਿਕ ਡਰੱਗਸ ਬਣਾਈਆਂ ਜਾਂਦੀਆਂ ਨੇ, ਕੈਮੀਕਲਸ ਦੇ ਨਾਲ ਉਹਨਾਂ ਨੂੰ ਲੇਸ ਕੀਤਾ ਜਾਂਦਾ ਹੈ, ਉਹਨਾਂ ਦਾ ਹਾਈ ਬਣਾਉਣ ਦੇ ਚੱਕਰ 'ਚ, ਯਾਨੀ ਕਿ ਹੈਰੋਇਨ ਦੀ ਜਿਹੜੀ ਮਾਤਰਾ ਇੱਕ ਸਟੱਡੀ ਹੈ, ਅੰਦਾਜ਼ਾ ਹੈ ਕਿ ਹੈਰੋਇਨ ਦੇ ਨਾਂ ਦੇ ਉੱਤੇ ਜਿਹੜੀ ਡਰੱਗ ਵੇਚੀ ਜਾਂਦੀ ਹੈ, ਜਿਹਨੂੰ ਆਪਾਂ ਸਿੰਥੈਟਿਕ ਹੈਰੋਇਨ ਕਹਿ ਰਹੇ ਹਾਂ, ਉਸ ਦੇ ਵਿੱਚ 30% ਜਾਂ ਉਸ ਤੋਂ ਵੀ ਘੱਟ ਹੈਰੋਇਨ ਹੁੰਦੀ ਹੈ। 70% ਉਸ ਦੀ ਜਿਹੜੀ ਲੇਸਿੰਗ ਹੈ ਅਜਿਹੇ ਕਟਿੰਗ ਏਜੰਟਸ ਦੇ ਨਾਲ ਹੋਈ ਹੁੰਦੀ ਹੈ। ਤੇ ਇਹ ਕਟਿੰਗ ਏਜੰਟਸ ਤੁਹਾਨੂੰ ਇੱਕ ਹਾਈ ਦੇਣ ਦੇ ਵਿੱਚ ਤਾਂ ਕਾਮਯਾਬ ਹੁੰਦੇ ਨੇ, ਲੇਕਿਨ ਐਟ ਦ ਐਂਡ ਆਫ ਦ ਡੇ ਸਰੀਰ ਦੇ ਲਈ ਜਿਹੜਾ ਵੀ ਵਿਅਕਤੀ ਸੇਵਨ ਕਰਦਾ, ਈਵਨ ਹੈਰੋਇਨ ਸਰੀਰ ਦੇ ਲਈ ਚੰਗੀ ਨਹੀਂ ਹੈ, ਲੇਕਿਨ ਇਹਨਾਂ ਕਟਿੰਗ ਏਜੰਟਸ ਦੇ ਨਾਲ ਲੇਸ ਸਿੰਥੈਟਿਕ ਹੈਰੋਇਨ ਜਿਵੇਂ ਹੀ ਰਗਾਂ ਦੇ ਖੂਨ ਦੇ ਵਿੱਚ ਐਂਟਰ ਕਰਦੀ ਹੈ, ਤੁਹਾਡੇ ਨਰਵਸ ਸਿਸਟਮ ਨੂੰ ਹਿੱਟ ਕਰਦੀ ਹੈ, ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਹੈਰੋਇਨ ਜਾਂ ਕਿਹੜੀ ਡੋਜ਼ ਨੇ ਤੁਹਾਨੂੰ ਓਵਰਡੋਜ਼ ਦਾ ਸ਼ਿਕਾਰ ਬਣਾ ਦੇਣਾ ਹੈ। ਪਹਿਲਾਂ ਵੀ ਹੈਰੋਇਨ ਸਮਗਲ ਹੁੰਦੀ ਸੀ ਤੇ ਪਹਿਲਾਂ ਵੀ ਹੈਰੋਇਨ ਦਾ ਸੇਵਨ ਕੀਤਾ ਜਾਂਦਾ ਸੀ, ਲੇਕਿਨ ਆਹ ਜਿਹੜੀ ਸਿੰਥੈਟਿਕ ਹੈਰੋਇਨ ਹੈ ਇੱਕ ਜ਼ਹਿਰ ਹੈ ਜਿਸਨੇ ਕਦੋਂ ਕਿਸ ਨੂੰ ਓਵਰਡੋਜ਼ ਦਾ ਸ਼ਿਕਾਰ ਬਣਾਉਣਾ ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਐਟ ਦ ਸੇਮ ਪੁਆਇੰਟ ਇਨ ਟਾਈਮ ਆਹ ਜਿਹੜੇ ਚਿਹਰੇ ਹੈਗੇ ਨੇ ਨਸ਼ੇ ਦੇ ਮਾਫੀਏ ਦੇ, ਚਾਹੇ ਉਹ ਉਤਲੇ ਲੈਵਲ ਦੇ ਵੱਡੇ ਪਲੇਅਰ ਹੋਣ, ਚਾਹੇ ਉਹ ਥੱਲੜੇ ਲੈਵਲ ਦੇ ਪਲੇਅਰ ਹੋਣ, ਜਾਂ ਫਿਰ ਵਿਚਲੇ ਜਿਹੜੇ ਏਜੰਟ, ਕਟਿੰਗ ਏਜੰਟ ਜਿਨ੍ਹਾਂ ਨੂੰ ਰੋਮੀ ਰੰਧਾਵੇ ਵਰਗੇ ਜਾਂ ਫਿਰ ਮਨਜੀਤ ਮੰਨੇ ਵਰਗੇ, ਇਹਨਾਂ ਨੂੰ ਐਕਸਪੋਜ਼ ਕਰਨਾ ਤੇ ਇਹੋ ਜਿਹੇ ਪਤਾ ਨਹੀਂ ਹੋਰ ਕਿੰਨੇ ਹੋਣਗੇ ਭਵਿੱਖ ਦੇ ਵਿੱਚ ਸੰਭਵ ਹੋ ਪਾਇਆ। ਕੋਈ ਪੁਖਤਾ ਜਾਣਕਾਰੀ ਹੋਈ ਤਾਂ ਆਪਾਂ ਹੋਰਾਂ ਬਾਰੇ ਵੀ ਰਿਪੋਰਟ ਜ਼ਰੂਰ ਬਣਾਉਂਦੇ ਰਹਾਂਗੇ। ਸੋ ਇਸ ਸੀਰੀਜ਼ ਦੇ ਵਿੱਚ ਆਪਣੀਆਂ ਪਿਛਲੀਆਂ 6-7 ਰਿਪੋਰਟਾਂ ਦੇ ਵਿੱਚ ਮੇਰੀ ਆਖਰੀ ਰਿਪੋਰਟ ਸੀ ਡਰੱਗ ਦੇ ਉੱਤੇ। ਬਹੁਤ ਸੇ ਲੋਕ ਗੈਂਗਸਟਰਾਂ ਦੇ ਉੱਤੇ ਜਾਂ ਜਿਹੜੇ 2-3 ਹੋਰ ਫੜੇ ਗਏ ਕ੍ਰਿਮੀਨਲਸ ਹੈਗੇ ਨੇ ਉਹਨਾਂ ਦੇ ਉੱਤੇ ਰਿਪੋਰਟ ਬਣਾਉਣ ਲਈ ਕਹਿ ਰਹੇ ਨੇ। ਮੈਂ ਜ਼ਰੂਰੀ ਨਹੀਂ ਸਮਝਿਆ, ਇਸ ਵਾਸਤੇ ਮੈਂ ਰਿਪੋਰਟਸ ਨਹੀਂ ਬਣਾਈਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਰਿਪੋਰਟਸ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਨੇ, ਜਿਨ੍ਹਾਂ ਦੇ ਵਿੱਚ ਕੁਝ ਨਵਾਂ ਦੱਸਣ ਲਾਇਕ ਹੈ, ਕੁਝ ਨਵੀਂ ਚੀਜ਼ ਦੇ ਬਾਰੇ ਖੁਲਾਸਾ ਕੀਤਾ ਜਾ ਸਕਦਾ ਹੈ, ਉਹੀ ਬਣਾਵਾਂਗੇ ਤੇ ਉਹੀ ਤੁਹਾਡੇ ਸਾਹਮਣੇ ਲਿਆਵਾਂਗੇ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।